1919 ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਸਾਡੇ ਉੱਤੇ ਜ਼ਬਰ ਕੀਤਾ। ਮੈਂ ਇੰਡੀਆ ਤੇ ਹਿੰਦੁਤਵਾ ਨੂੰ ਪੁੱਛਣਾ ਚਾਹੁੰਦਾ, ਫਿਰ ਬਰਤਾਨੀਆ ਦੀ ਫੌਜ 1984 ਬਲੂ ਸਟਾਰ ਦੇ ਵਿੱਚ ਇੰਦਰਾ ਗਾਂਧੀ ਨੇ ਆਪਣੀ ਇੰਡੀਅਨ ਫੌਜ ਤੇ ਰੂਸ ਦੀ ਫੌਜ ਬੁਲਾ ਕੇ ਨਾਲ, ਜਿੱਥੇ ਦਰਬਾਰ ਸਾਹਿਬ ਹੈ ਜਲਿਆਂਵਾਲੇ ਬਾਗ 'ਚ, ਉੱਥੇ ਹਮਲਾ ਕਿਉਂ ਕਰਾਇਆ? ਮੇਰਾ ਕਹਿਣ ਦਾ ਮਤਲਬ ਹੈ, ਜੇ ਅੰਗਰੇਜ਼ 1919 ਦੇ ਵਿੱਚ ਮਾੜੇ ਸੀ, ਜਾਬਰ ਸੀਗੇ, ਫਿਰ 1984 ਦੇ ਵਿੱਚ ਇਹ ਫਿਰ ਇੰਡੀਆ ਤੇ ਹਿੰਦੁਤਵਾ ਦੇ ਰਕਸ਼ਕ ਬਣ ਗਏ। ਸੋ ਇਹ ਜਿਹੜਾ ਖਤਰਾ ਹੈ ਸਾਡੀ ਸਿੱਖ ਕੌਮ ਨੂੰ, ਇਹ ਸਿਆਸਤ ਦੇ ਵਿੱਚ ਰੁਲ ਚੁਲ ਗਿਆ। ਅੱਜ ਬਾਦਲ ਕੇ ਆਮ ਆਦਮੀ ਪਾਰਟੀ ਜਿਹੜੀ ਸਿੱਖਾਂ ਦੇ ਵਿੱਚ ਨਹੀਂ ਮੰਨਦੀ, ਜਿਹਦਾ ਆਮ ਪਾਰਟੀ ਦਾ ਸੀਨੀਅਰ ਲੀਡਰ ਦੀਪਕ ਵਾਜਪਾਈ ਕਹਿੰਦਾ ਕਿ ਸਮੇਤ ਸੈਣੀ ਨੂੰ ਜਿਹੜਾ ਤੁਸੀਂ ਗ੍ਰਿਫਤਾਰ ਕੀਤਾ, ਉਹ ਸਾਡਾ ਨੈਸ਼ਨਲ ਕੌਮੀ ਹੀਰੋ ਹੈ। ਜੇ ਇਹ ਹਿੰਦੁਤਵਾ ਦੀਆਂ ਪਾਰਟੀਆਂ ਦੀ ਸੋਚ ਇਹ ਹੈ ਕਿ ਸਮੇਤ ਸੈਣੀ ਜਿਹਨੇ ਇੰਨਾ ਜ਼ੁਲਮ ਕੀਤਾ ਉਹ ਇਹਨਾਂ ਦਾ ਕੌਮੀ ਲੀਡਰ ਹੈਗਾ, ਤਾਂ ਮੇਰਾ ਮਤਲਬ ਹੈ ਤੇ ਫਿਰ ਆਮ ਆਦਮੀ ਪਾਰਟੀ, ਕਾਂਗਰਸ, ਬੀਜੇਪੀ, ਬਾਦਲ ਦਲ, ਇਹ ਫਿਰ ਕਾਹਦੇ ਲਈ ਸਾਡੀਆਂ ਵੋਟਾਂ ਲੈਣ ਨੂੰ ਆਉਂਦੇ ਹੈ? ਔਰ ਹਰੇਕ ਤਰ੍ਹਾਂ ਜੇ ਉਹਨੇ ਕਿਹਾ, ਇੱਕ ਪਾਰਟੀ ਦੇ ਮੁਖੀ ਨੇ, ਕਿ ਸਮੇਤ ਸੈਣੀ ਸਾਡਾ ਨੈਸ਼ਨਲ ਹੀਰੋ ਹੈ, ਇਸੇ ਕਰਕੇ ਹਾਈ ਕੋਰਟ ਦੇ ਜੱਜ, ਸੁਪਰੀਮ ਕੋਰਟ ਦੇ ਜੱਜ ਉਸ ਨੂੰ ਮਾਫੀ ਦੇ ਰਹੇ ਹੈ, ਉਹਨੂੰ ਰਿਹਾ ਕਰਾ ਰਹੇ ਹੈ, ਉਸ ਨੂੰ ਜ਼ਮਾਨਤਾਂ ਦੇ ਰਹੇ ਹੈ। ਸੋ ਜੋ ਕੁਛ ਬਰਗਾੜੀ ਦੇ ਵਿੱਚ 2015 ਦੇ ਵਿੱਚ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਦੀਆਂ ਬੇਅਦਬੀਆਂ ਹੋਈਆਂ, ਅਜੇ ਤੱਕ ਸਾਨੂੰ ਉਹਦਾ ਇਨਸਾਫ ਨਹੀਂ ਮਿਲਿਆ। ਜਦ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਲੈਕਸ਼ਨਾਂ ਤੋਂ ਪਹਿਲਾਂ ਪਿਛਲਿਆਂ ਤੋਂ ਸਹੁੰ ਚੱਕੀ ਸੀਗੀ ਗੁਟਕਾ ਸਾਹਿਬ ਚੱਕ ਕੇ, ਕਿ ਜਿਹੜੇ ਜ਼ਾਲਮਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹਨਾਂ ਨੂੰ ਮੈਂ ਗ੍ਰਿਫਤਾਰ ਕਰਕੇ ਅੰਦਰ ਦਊਂਗਾ। ਅੱਜ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ। ਜਿਹੜੇ 2 ਵਜ਼ੀਰ ਬਰਗਾੜੀ ਦੇ ਵਿੱਚ ਭੇਜੇ ਸੀਗੇ ਕੈਪਟਨ ਅਮਰਿੰਦਰ ਸਿੰਘ ਨੇ ਕਿ ਤੁਸੀਂ ਮੋਰਚਾ ਛੱਡ ਦਿਓ, ਅਸੀਂ ਸਾਰਿਆਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰ ਲਵਾਂਗੇ, ਉਹੀ ਵਜ਼ੀਰ ਕਹਿ ਰਹੇ ਹੈ ਕਿ ਅਸੀਂ ਸੱਚੇ ਮਨ ਦੇ ਨਾਲ ਆਏ ਸੀ, ਪਰ ਇਹ ਵਾਅਦੇ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਹੈ। ਤੇ ਉਹਨਾਂ ਨੂੰ ਵੀ ਪੁੱਛਿਆ ਜਾਵੇ ਕਿ ਜੇ ਸਾਨੂੰ ਉੱਥੇ ਬਚਨ ਕਰਨ ਦੇ ਲਈ ਸੰਗਤ ਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਭੇਜਿਆ ਸੀ, ਫਿਰ ਅਜੇ ਤੱਕ ਇਹ ਸੈਣੀ, ਬਾਦਲ, ਸਰਸੇਵਾਲਾ ਰਾਮ ਰਹੀਮ ਤੇ ਸੁਖਬੀਰ ਸਿੰਘ ਅਜੇ ਗ੍ਰਿਫਤਾਰ ਕਿਉਂ ਨਹੀਂ ਹੋਏ? ਬੇਅਦਬੀ ਮਾਮਲੇ ਤੁਸੀਂ ਗੱਲ ਕੀਤੀ ਹੈ, ਕੀ ਕਾਰਨ ਹੈਗਾ ਕਿ ਹਰੇਕ ਪਾਰਟੀ ਵੱਲੋਂ ਜਿਹੜਾ ਬੇਅਦਬੀ ਦਾ ਮਾਮਲਾ ਜਿਹੜਾ ਹੈਗਾ ਇਹ ਮੁੱਦਾ ਕਿਉਂ ਬਣਾਇਆ ਜਾ ਰਿਹਾ ਵਾ? ਜੇਕਰ ਨਵਜੋਤ ਸਿੰਘ ਸਿੱਧੂ ਆਏ ਸੀ, ਉਹਨਾਂ ਨੇ ਕਿਹਾ ਕਿ ਮੈਂ ਸਜ਼ਾਵਾਂ ਦੇਵਾਂਗਾ। ਜੇਕਰ ਕਾਂਗਰਸ ਸਰਕਾਰ ਸੀ, ਉਹ ਵੀ ਕਹਿੰਦੀ ਕਿ ਸਜ਼ਾਵਾਂ ਦੇਵਾਂਗੇ। ਬਾਦਲ ਸਰਕਾਰ ਸੀਗੀ, ਉਹ ਵੀ ਕਹਿੰਦੇ ਸਜ਼ਾਵਾਂ ਦੇਵਾਂਗੇ, ਦੋਸ਼ੀ ਫੜਾਂਗੇ। ਤੁਸੀਂ ਕਹਿ ਰਹੇ ਹੋ ਸਜ਼ਾਵਾਂ ਦਿੱਤੀਆਂ ਜਾਣ, ਪਰ ਕੀ ਕਾਰਨ ਹੈਗਾ ਕਿ ਅਜੇ ਤੱਕ ਦੋਸ਼ੀ ਜਿਹੜੇ ਕਿਉਂ ਨਹੀਂ ਫੜੇ ਜਾ ਰਹੇ? ਬਾਦਲਾਂ ਨੇ ਕਦੇ ਨਹੀਂ ਕਿਹਾ ਦੋਸ਼ੀਆਂ ਨੂੰ ਫੜੋ। ਉਹ ਤਾਂ ਦੋਸ਼ੀਆਂ ਦੇ ਨਾਲ ਰਲ ਕੇ ਇਹ ਮਾੜਾ ਕੰਮ ਕੀਤਾ। ਬਾਦਲ ਸਾਹਿਬ ਉਸ ਵੇਲੇ ਚੀਫ ਮਿਨਿਸਟਰ ਸੀ, ਸੁਖਬੀਰ ਸਿੰਘ ਹੋਮ ਮਿਨਿਸਟਰ ਸੀ, ਤੇ ਸਮੇਤ ਸੈਣੀ ਡਾਇਰੈਕਟਰ ਜਨਰਲ ਆਫ ਪੁਲਿਸ ਸੀਗਾ। ਹੁਣ ਇਹਨਾਂ ਨੇ ਸਾਰਾ ਕੁਛ ਕਰਾਇਆ ਹੈ, ਸੈਂਟਰ ਦਾ ਉੱਤੋਂ ਹੱਥ ਹੈ। ਜਿਵੇਂ ਮੈਂ ਤੁਹਾਨੂੰ ਸਮਝਾਇਆ ਕਿ ਬੀਜੇਪੀ ਦੇ ਮੈਂਬਰ ਬਾਹਰ ਨਹੀਂ ਜਾ ਸਕਦੇ ਲੋਕਾਂ ਦੇ ਕੋਲੇ, ਹੁਣ ਉਹਨਾਂ ਨੂੰ ਬਾਦਲ ਦਲ ਦੇ ਵਿੱਚ ਭਰਤੀ ਕੀਤਾ ਜਾ ਰਿਹਾ ਹੈ। ਜਿਵੇਂ MLA ਜੋਸ਼ੀ ਅੰਮ੍ਰਿਤਸਰ ਦੇ ਨੂੰ ਬਾਦਲ ਦਲ ਦੇ ਵਿੱਚ ਭਰਤੀ ਕੀਤਾ ਗਿਆ, ਇਸ ਤਰ੍ਹਾਂ ਇਹ ਬੀਜੇਪੀ ਬਾਦਲ ਦਲੀਆਂ ਦੇ ਵਿੱਚ ਘੁਸ ਕੇ ਇਹ ਸਾਡੇ ਕੈਂਡੀਡੇਟ ਬਣਨਗੇ। ਦੋਸ਼ੀ ਕਿਉਂ ਨਹੀਂ ਫੜੇ ਜਾ ਰਹੇ? ਮੁੱਦਾ ਹਰ ਇੱਕ ਪਾਰਟੀ ਮੈਂ ਤੁਹਾਨੂੰ ਦੱਸਿਆ ਕਿ ਸਾਡਾ ਧਰਮ ਖਤਰੇ ਦੇ ਵਿੱਚ ਹੈ, ਸਾਡੀ ਕੋਈ ਪੁੱਛਗਿੱਛ ਹੈ ਨਹੀਂ। ਸੈਂਟਰ ਦੀ ਕੈਬਨਿਟ ਮੋਦੀ ਦੇ
ਕੈਬਨਿਟ ਦੇ ਵਿੱਚ ਕੋਈ ਸਿੱਖ ਵਜ਼ੀਰ ਕੈਬਨਿਟ ਮਿਨਿਸਟਰ ਨਹੀਂ ਹੈ। ਘੱਟ ਗਿਣਤੀ ਕਮਿਸ਼ਨ ਦੇ ਵਿੱਚ ਕੋਈ ਸਿੱਖ ਨਹੀਂ ਹੈ। ਇਲੈਕਸ਼ਨ ਕਮਿਸ਼ਨ ਦੇ ਵਿੱਚ ਕੋਈ ਸਿੱਖ ਨਹੀਂ ਹੈ। ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਹੈ ਨਹੀਂਗਾ। ਜਿੰਨੀਆਂ ਵੀ ਹਾਈ ਕੋਰਟਾਂ ਹੈਗੀਆਂ ਸੂਬਿਆਂ ਦੀਆਂ, ਉਹਦੇ ਵਿੱਚ ਕੋਈ ਚੀਫ ਜਸਟਿਸ ਸਿੱਖ ਨਹੀਂ ਹੈਗਾ। ਕਿਸੇ ਪਾਸੇ ਵੀ ਸਿੱਖ ਨੂੰ ਅੱਜ ਅਖਬਾਰ ਦੇ ਵਿੱਚ ਨਹੀਂ ਲਿਆਂਦਾ ਜਾਂਦਾ। ਤੇ ਜਿਹੜੇ ਸਿੱਖ ਹੈਗੇ ਆ ਕਮਜ਼ੋਰ ਦਿਲ ਹੈ, ਜਿਵੇਂ ਸੇਖਵਾਂ ਆਮ ਆਦਮੀ ਪਾਰਟੀ 'ਚ ਕੱਲ੍ਹ ਚਲਿਆ ਗਿਆ। ਸਾਰੀ ਉਮਰ ਉਸ ਨੇ ਅਕਾਲੀ ਦਲ ਦੀ ਸੇਵਾ ਕੀਤੀ ਹੈ। ਕੱਲ੍ਹ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਹੈ ਕਿ ਸਮੇਤ ਸੈਣੀ ਸਾਡਾ ਕੌਮੀ ਹੀਰੋ ਹੈ। ਲੱਖ ਲਾਹਨਤ ਹੈ ਇਹ ਬਾਦਲ ਦਲੀਆਂ ਦੀ, ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਗਿਰਾਵਟ ਕੀਤੀ ਹੈ। ਜਿੰਨਾ ਚਿਰ ਸਿੱਖ ਕੌਮ ਸਮਝੂਗੀ ਨਹੀਂ ਕਿ ਇਹ ਪਖੰਡੀ ਨੇ, ਜਿਵੇਂ ਪਖੰਡੀ ਬਾਬੇ ਬਕਾਲੇ ਬੈਠੇ ਸੀਗੇ ਤੇ ਬਾਬਾ ਮੱਖਣ ਸ਼ਾਹ ਲਬਾਣੇ ਨੇ ਸਾਡਾ ਗੁਰੂ ਭਾਲਿਆ, ਇਸੇ ਤਰ੍ਹਾਂ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਸਾਰੇ ਤੁਸੀਂ ਬਾਬਾ ਮੱਖਣ ਸ਼ਾਹ ਲਬਾਣਾ ਬਣੋ ਤੇ ਸਹੀ ਆਪਣੀ ਪਾਰਟੀ ਨੂੰ ਲੱਭ ਕੇ ਉਹਨੂੰ ਅੱਗੇ ਲੈ ਕੇ ਆਓ, ਜਿਹਦੇ ਨਾਲ ਅਸੀਂ ਧਰਮ ਆਪਣਾ ਬਚਾ ਸਕੀਏ। ਮਾਨ ਸਾਹਿਬ ਇੱਕ ਸਵਾਲ, ਦਿੱਲੀ ਇਲੈਕਸ਼ਨਾਂ ਹੋਈਆਂ ਦਿੱਲੀ ਕਮੇਟੀ ਦੀਆਂ, ਤੁਸੀਂ ਹਮੇਸ਼ਾ ਵਿਰੋਧ ਕੀਤਾ ਬਾਦਲਾਂ ਦਾ, ਪਰ ਦਿੱਲੀ ਦੇ ਸਿੱਖਾਂ ਨੇ ਫਿਰ ਬਾਦਲ ਪਾਰਟੀ ਦੇ ਹੱਕ 'ਚ ਫਤਵਾ ਦਿੱਤਾ। ਉਹ ਤਾਂ ਜੀ ਦਿੱਲੀ ਦੇ ਸਿੱਖ ਹੈਗੇ ਹੈ, ਹੁਣ ਉਹਨਾਂ ਨੂੰ ਪਤਾ ਨਹੀਂ ਕਿ ਸਿੱਖਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਉਹ ਕਲੰਕਿਤ ਹੋ ਜਾਣਗੇ, ਉਹ ਕਲੰਕਿਤ ਹੋ ਜਾਣਗੇ ਜਿਨ੍ਹਾਂ ਨੇ ਬਾਦਲ ਨੂੰ ਵੋਟਾਂ ਪਾਈਆਂ ਦਿੱਲੀ ਦੇ ਸਿੱਖ। ਤੁਸੀਂ ਦੇਖਿਓ ਇਹਨਾਂ ਦੇ ਵਿੱਚ ਕਿੰਨਾ ਸੰਤਾਪ ਹੋਊਗਾ ਤੇ ਕਿੰਨਾ ਇਹਨਾਂ ਦੇ ਘਰਾਂ ਦੇ ਵਿੱਚ ਤਕਲੀਫ ਆਊਗੀ ਜਿਨ੍ਹਾਂ ਨੇ ਗੁਰੂ ਦੇ ਖਿਲਾਫ ਵੋਟਾਂ ਬਾਦਲਾਂ ਨੂੰ ਪਾਈਆਂ। ਆਗਾਮੀ ਚੋਣਾਂ ਵਿਧਾਨ ਸਭਾ ਆਪਣੀ ਪਾਰਟੀ ਦੀ ਕੀ ਤਿਆਰੀ ਹੈ? ਆਪਣੀ ਪਾਰਟੀ ਦੀ ਤਿਆਰੀ ਤਾਂ ਕਰਾਂਗੇ ਜੇ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਤੋਂ ਅਸੀਂ ਬਾਹਰ ਜਾਈਏ। ਸਾਡਾ ਮੋਰਚਾ ਬਰਗਾੜੀ ਲੱਗਿਆ ਹੋਇਆ ਹੈ, ਸਾਡਾ ਮੋਰਚਾ ਬੇਗੋਵਾਲ ਲੱਗਿਆ ਹੋਇਆ ਹੈ। ਅਸੀਂ ਤਾਂ ਸਿੱਖ ਕੌਮ ਦੀ ਸੇਵਾ ਕਰ ਰਹੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਸਿੱਖ ਕੌਮ ਉੱਠੇ, ਇਹਨਾਂ ਨੂੰ ਪਤਾ ਲੱਗੇ ਕਿ ਕਿਹੜੀ ਪਾਰਟੀ ਹੈ ਜਿਹੜੀ ਹਿੰਦੂਤਵਾ ਤੋਂ ਤੁਹਾਨੂੰ ਬਚਾ ਸਕਦੀ ਹੈ। ਮਾਨ ਸਾਹਿਬ, ਭਾਰਤ ਸਰਕਾਰ ਲਗਾਤਾਰ ਵਿਰੋਧ ਕਰਦੀ ਹੈ ਤਾਲਿਬਾਨ ਦੇ ਸੱਤਾ 'ਚ ਆਉਣ ਦਾ, ਤੁਸੀਂ ਤਾਲਿਬਾਨ ਦਾ ਸਮਰਥਨ ਕਰਦੇ ਹੋ, ਉਹਦੇ ਪਿੱਛੇ ਕੀ ਗੱਲ? ਤਾਲਿਬਾਨ ਦਾ ਸਮਰਥਨ ਤਾਂ ਕਰੀਦਾ ਹੈ ਕਿਉਂ ਕਰਕੇ ਉਹ ਅੱਜ ਸਰਕਾਰ ਬਣਾ ਚੁੱਕੇ ਹੈ, ਅਮਰੀਕਾ ਦੀ ਮਰਜ਼ੀ ਦੇ ਨਾਲ ਬਣੀ ਹੈ। ਜਿਹੜੀ ਸਰਕਾਰ ਤਾਲਿਬਾਨ ਦੀ ਹੈ, ਜੇ ਅਸੀਂ ਉਹਨੂੰ ਮਾਨਤਾ ਦੇਵਾਂਗੇ ਉਹ ਜ਼ਿੰਮੇਵਾਰੀ ਨਾਲ ਤੇ ਜਵਾਬਦੇਹੀ ਦੇ ਨਾਲ ਕੰਮ ਕਰੂਗੀ। ਜੇ ਅਸੀਂ ਉਹਨੂੰ ਮਾਨਤਾ ਨਾ ਦੇਵਾਂਗੇ ਫਿਰ ਉਹ ਜਿਵੇਂ ISIS ਹੈ, ਅਲ-ਕਾਇਦਾ ਹੈ, ਇਹੋ ਜਿਹੀਆਂ ਜਥੇਬੰਦੀਆਂ ਇਹਨਾਂ ਨੂੰ ਉਹ ਦੇਣਗੀਆਂ। ਸਾਡੀ ਪਾਰਟੀ ਨੂੰ ਪਤਾ ਹੈ ਕਿ ਜੇ ਤਾਲਿਬਾਨ ਨੂੰ ਅਸੀਂ ਜ਼ਿੰਮੇਵਾਰੀ ਦੇ ਦਈਏ ਤਾਂ ਸਾਡੇ ਸਿੱਖ ਵੀ ਉੱਥੇ ਹਿੰਦੂ ਜਿਹੜੇ ਰਹਿੰਦੇ ਆ ਉਹ ਸੁਰੱਖਿਅਤ ਰਹਿਣਗੇ ਔਰ ਉੱਥੋਂ ਹਿਜਰਤ ਨਹੀਂ ਕਰਨਗੇ। ਲਗਾਤਾਰ ਹਿਜਰਤ ਹੋ ਰਹੀ ਹੈ ਅਫਗਾਨਿਸਤਾਨ ਤੋਂ, ਕਿ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਬਗਦਾਦ 'ਚ ਹੋਇਆ ਕਿਤੇ ਅਫਗਾਨਿਸਤਾਨ 'ਚ ਵੀ ਉਹ ਸਿੱਖਾਂ ਦੀ ਸਥਿਤੀ ਨਾ ਹੋ ਜਾਵੇ, ਉੱਥੋਂ ਵੀ ਸਿੱਖ ਖਤਮ ਹੋ ਜਾਣ? ਤਾਲਿਬਾਨ ਨੇ ਪੂਰੇ ਇਤਰਾਰ ਕੀਤੇ ਹੈ ਕਿ ਸਿੱਖਾਂ ਨੂੰ ਕੋਈ ਖਤਰਾ ਨਹੀਂ ਹੈਗਾ ਅਫਗਾਨਿਸਤਾਨ ਦੇ ਵਿੱਚ। ਇਹ ਤਾਂ ਕਸ਼ਮੀਰ ਤੋਂ ਵੀ ਹਿਜਰਤ ਕਰ ਰਹੇ ਸੀਗੇ 1991 ਦੇ ਵਿੱਚ, 91 ਫਿਰ ਮੈਂ ਗਿਆ ਸੀਗਾ, ਇਹਨਾਂ ਨੂੰ ਸੜਕਾਂ ਤੋਂ ਵਾਪਸ ਕੀਤਾ ਕਿ ਤੁਸੀਂ ਆਪਣੇ ਘਰੋਂ ਘਰੀ ਜਾਓ, ਤੁਹਾਨੂੰ ਕੋਈ ਖਤਰਾ ਨਹੀਂ। ਉਦੋਂ ਜਗਮੋਹਨ ਇੱਕ ਬਹੁਤ ਕੱਟੜ ਹਿੰਦੂਤਵਾ ਦਾ ਗਵਰਨਰ ਲੱਗਿਆ ਹੋਇਆ ਸੀ, ਉਸ ਨੇ ਕਿਹਾ ਕਿ ਸਿੱਖੋ ਤੁਸੀਂ ਇੱਥੋਂ ਛੱਡ ਜਾਓ। ਅਸੀਂ ਆਖਿਆ ਤੁਹਾਨੂੰ ਵਸਾਇਆ ਗੁਰੂ ਹਰਗੋਬਿੰਦ ਸਾਹਿਬ ਨੇ ਹੈ, ਗੁਰੂ ਨਾਨਕ ਸਾਹਿਬ ਨੇ ਹੈ, ਤੁਸੀਂ ਆਪਣੇ ਘਰ ਕਾਟ ਕਿੱਥੇ ਛੱਡ ਕੇ ਜਾਓਗੇ? ਤੁਹਾਨੂੰ ਮੁਸਲਮਾਨ ਕੁਛ ਨਹੀਂ ਕਹਿੰਦਾ। ਹੁਣ ਜਿਹੜੀ ਦੁਸ਼ਮਣੀ ਹੈ ਸਦੀਆਂ ਤੋਂ, ਇਹ ਹਿੰਦੂ ਤੇ ਮੁਸਲਮਾਨ ਦੇ ਦਰਮਿਆਨ ਹੈ ਕਿ ਅਸੀਂ ਸਿੱਖ ਵਿੱਚ ਜਿਵੇਂ ਚੱਕੀ ਦੇ ਵਿੱਚ ਦਾਣਾ ਪੀਸਿਆ ਜਾਂਦਾ ਹੈ, ਅਸੀਂ ਪੀਸੇ ਜਾ ਰਹੇ ਹਾਂ। ਦੁਸ਼ਮਣੀ ਮੁਸਲਮਾਨ ਤੇ ਹਿੰਦੂ ਦੀ ਹੈ, ਸਾਡੀ ਦੁਸ਼ਮਣੀ ਹੈ ਨਹੀਂ। ਸਾਡੇ ਵੱਲੋਂ ਬਾਰਡਰ ਖੁੱਲ੍ਹਣ, ਕਰਤਾਰਪੁਰ ਸਾਹਿਬ ਜਾਈਏ,
ਰੋਜ਼ ਅਸੀਂ ਅਰਦਾਸ ਕਰਦੇ ਹਾਂ ਜਿਹੜੇ ਗੁਰਦੁਆਰੇ ਸਾਡੇ ਪਾਕਿਸਤਾਨ ਦੇ ਵਿੱਚ ਰਹਿ ਗਏ ਉਹਨਾਂ ਦੇ ਦਰਸ਼ਨ ਦੀਦਾਰ ਕਰੀਏ। ਸਾਨੂੰ ਖਤਰਾ ਨਹੀਂ ਹੈ। ਅਸੀਂ ਇਸੇ ਕਰਕੇ ਚਾਹੁੰਦੇ ਹਾਂ ਕਿ ਸਾਡਾ ਅਲੱਗਾ ਮੁਲਕ ਬਣ ਜਾਵੇ, ਜਿਹਦੇ ਨਾਲ ਸਾਡਾ ਜਿਹੜਾ ਮਜ਼ਹਬ ਤੇ ਧਰਮ ਹੈ ਉਹ ਸੁਰੱਖਿਅਤ ਤੇ ਠੀਕ ਰਹੇ। ਅਸੀਂ ਹਿੰਦੂਤਵਾ ਦੇ ਥੱਲੇ ਨਹੀਂ ਰਹਿ ਸਕਦੇ। ਹੁਣ ਮਾਨ ਸਾਹਿਬ ਅੱਗੇ ਫਿਰ ਚੋਣਾਂ ਜਿਹੜੀਆਂ ਆ ਰਹੀਆਂ ਨਹੀਂ ਲੜ ਰਹੀ ਸੀ ਪਾਰਟੀ, ਕੀ ਸਪਸ਼ਟੀਕਰਨ? ਕਿਉਂ ਲੜੂਗੀ, ਕਿਉਂ ਨਹੀਂ? ਜੀ ਅਸੀਂ ਲੜਾਂਗੇ। ਜੀ ਪਰ ਮੇਰਾ ਮਤਲਬ ਅੱਜ ਟਾਈਮ ਹੈਗਾ ਜੀ ਕਿ ਅਸੀਂ ਸਿੱਖ ਧਰਮ ਨੂੰ ਦਈਏ। ਜੀ ਜਿਹੜੀ ਬੇਅਦਬੀ ਹੋ ਰਹੀ ਹੈ ਉਸ ਦੇ ਖਿਲਾਫ ਖੜ ਜਾਈਏ ਤੇ ਬਾਅਦ ਦੇ ਵਿੱਚ ਲੋਕਾਂ ਦੀ ਮਰਜ਼ੀ ਹੈ ਸਾਨੂੰ ਵੋਟ ਪਾਉਣੀ ਹੈ ਕਿ ਨਹੀਂ ਪਾਉਣੀ। ਪਰ ਅਸੀਂ ਆਪਣਾ ਆੜਾ ਛੱਡ ਕੇ ਸੁਖਬੀਰ ਸਿੰਘ ਵਰਗਣ, ਆਮ ਆਦਮੀ ਪਾਰਟੀ ਵਰਗਣ ਝੂਠੇ ਵਾਅਦੇ ਨਹੀਂ ਕਰਨੇ। ਇਹਨਾਂ ਨੇ ਕਿਸੇ ਨੇ ਵੀ ਨਹੀਂ ਅਜੇ ਤੱਕ ਕਿਹਾ ਕਿ ਸਿੱਖਾਂ ਦਾ ਧਰਮ ਖਤਰੇ ਦੇ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਹੈ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁਰਾਏ ਗਏ ਹੈ। ਤੇ ਇਹ ਜਦੋਂ ਚੌਕੀਦਾਰਾ ਕਰਦੇ ਸੀ ਬਾਦਲ ਦਲੀਏ, ਉਸ ਵੇਲੇ ਇਹ ਸਾਰਾ ਕੁਝ ਹੋਇਆ। ਮਾਨ ਸਾਹਿਬ ਚੋਣਾਂ ਗਠਬੰਧਨ ਤਹਿਤ ਲੜੀਆਂ ਜਾਣਗੀਆਂ ਜਾਂ ਇਕੱਲੇ ਤੌਰ ਤੇ? ਜਿਹੜਾ ਸਾਡੇ ਨਾਲ ਸੋਚ ਮਿਲਾਊਗਾ ਅਸੀਂ ਉਹਨੂੰ ਨਾਲ ਲੈ ਕੇ ਚੱਲਾਂਗੇ। ਬੇਅਦਬੀ ਮੁੱਦਾ ਹੋਏਗਾ ਜੀ, ਇਸ ਤੋਂ ਵੱਖਰਾ ਮੁੱਦਾ ਕੋਈ? ਇਹ ਤਾਂ ਸਿੱਖਾਂ ਨੂੰ ਅਸੀਂ ਤਿਆਰ ਕਰ ਰਹੇ ਹਾਂ ਕਿ ਤੁਸੀਂ ਕਾਹਦੇ ਤੇ ਇਲੈਕਸ਼ਨ ਲੜਨੇ ਹੈ। ਤੁਸੀਂ ਤੇਲ ਤੇ ਕਰਨੇ ਹੈ ਕਿ ਡੀਜ਼ਲ ਫ੍ਰੀ ਹੋ ਜਾਊਗਾ, ਬਿਜਲੀ ਫ੍ਰੀ ਹੋ ਜਾਊਗੀ, ਇਹੋ ਜਿਹੇ ਮੁੱਦਿਆਂ ਦੇ ਉੱਤੇ ਕਰਨੇ ਹੈ ਜਿਹੜਾ ਕਦੇ ਲਾਗੂ ਹੋ ਹੀ ਨਹੀਂ ਸਕਦਾ ਹੈ। ਤੇ ਜਿਹੜਾ ਲਾਗੂ ਹੋ ਸਕਦਾ ਉਹ ਸਾਡਾ ਧਰਮ ਲਾਗੂ ਹੋ ਸਕਦਾ ਹੈ, ਸਾਡੀ ਅਣਖ ਬਚਾਈ ਜਾ ਸਕਦੀ ਹੈ, ਸਾਡੀ ਜਿਹੜੀ ਮਜਾਜ ਹੈ ਉਹ ਫਿਰ ਵਾਪਸ ਆ ਸਕਦੀ ਹੈ। ਪਰ ਝੂਠੇ ਵਾਅਦੇ ਕਰਨ ਦੇ ਨਾਲ ਕਿਸੇ ਗਰੀਬ ਆਦਮੀ ਨੂੰ ਇਨਸਾਫ ਨਹੀਂ ਮਿਲਣਾ। ਸਾਡੀ ਪਾਰਟੀ ਕਹਿੰਦੀ ਹੈ ਹਰੇਕ ਦੀ ਇੱਜ਼ਤ ਹੋਵੇ, ਮਾਣ ਹੋਵੇ, ਉਹਨਾਂ ਦਾ ਇਕਬਾਲ ਹੋਵੇ, ਕੋਈ ਵੀ ਧਰਮ ਦਾ ਹੋਵੇ, ਕੋਈ ਵੀ ਜਾਤ ਦਾ ਹੋਵੇ, ਇੱਕੋ ਜਿਹਾ ਉਹਦੇ ਨਾਲ ਵਰਤਾਵਰਾ ਹੋਵੇ। ਗੱਲ ਖੇਤੀ ਕਾਨੂੰਨ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ? ਜਿਹੜੇ ਖੇਤੀ ਨੂੰ ਰੱਦ ਕਰਨ ਲਈ ਕਿਸਾਨ ਜਾਂਦੇ ਆ ਪਰ ਉਹਨਾਂ ਉੱਤੇ ਲਗਾਤਾਰ ਲਾਠੀ ਚਾਰਜ, ਉਹਨਾਂ ਤੇ ਜ਼ਖਮੀ ਕਰ ਦਿੱਤਾ ਜਾਂਦਾ। ਕੱਲ੍ਹ ਵੀ ਇੱਕ ਕਿਸਾਨ ਦੀ ਉੱਥੇ ਮੌਤ ਹੋ ਚੁੱਕੀ ਹੈ, ਉਹਦੇ ਬਾਰੇ ਤੁਸੀਂ ਕੀ ਕਹਿਣਾ? ਮੈਂ ਤੁਹਾਨੂੰ ਦੱਸਣਾ ਚਾਹੁੰਦਾ BJP RSS ਦੁਕਾਨਦਾਰਾਂ ਦੀ ਤੇ ਟਰੇਡਰਾਂ ਦੀ ਇੱਕ ਪਾਰਟੀ ਹੈ। ਇਹ ਕਿਸਾਨਾਂ ਦਾ ਵਿਰੋਧ ਕਰਦੀ ਹੈ ਤੇ ਕਰਦੇ ਰਹਿਣਗੇ। ਕਿਸਾਨਾਂ ਨੇ ਹੀ ਵੋਟਾਂ ਪਾ ਕੇ ਇਹ ਪਾਰਟੀ ਨੂੰ ਰਾਜ ਦੇ ਵਿੱਚ ਲਿਆਂਦਾ ਹੈਗਾ। ਹੁਣ ਗੱਲ ਇਹ ਹੈ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ, ਉਹ ਕਹਿੰਦੀ ਹੈ ਆਪਣੇ ਬਾਰਡਰ ਖੋਲ੍ਹੋ ਦੂਜੇ ਮੁਲਕਾਂ ਦੇ ਨਾਲ, ਤੁਹਾਡੀ ਆਵਾਜਾਈ ਹੋਵੇ, ਤੁਹਾਡੀ ਟ੍ਰੇਡ ਹੋਵੇ, ਵਪਾਰ ਹੋਵੇ। ਅਸੀਂ ਕਹਿੰਦੇ ਹਾਂ ਕਿ ਸਾਡੀ ਕਣਕਾਂ ਗਲੀ ਜਾਂਦੀਆਂ ਗੋਦਾਮਾਂ ਦੇ ਵਿੱਚ, ਗਰੀਬਾਂ ਨੂੰ ਘਟੀਆ ਕਣਕ ਦੇ ਰਹੇ ਹੋ। ਪਾਕਿਸਤਾਨ ਦੇ ਵਿੱਚ ਘਾਟ ਹੋ ਗਈ ਹੈ ਕਣਕ ਦੀ, ਚੀਨ ਦੇ ਵਿੱਚ ਘਾਟ ਹੋ ਗਈ ਹੈ ਕਣਕ ਦੀ। ਬਾਰਡਰ ਖੋਲ੍ਹੋ। ਸਾਡੇ ਪੰਜਾਬੀਆਂ ਦੇ ਦੋ ਕਿੱਤੇ ਹੈਗੇ ਹੈ, ਇੱਕ ਤਾਂ ਹੈਗਾ ਕਿਸਾਨੀ, ਦੂਜਾ ਹੈਗਾ ਟਰਾਂਸਪੋਰਟ। 46 ਲੱਖ ਸਾਡੇ ਬੇਰੁਜ਼ਗਾਰ ਨੌਜਵਾਨ ਹੈਗੇ ਹੈ। ਜਦੋਂ ਬਾਰਡਰ ਖੁੱਲ੍ਹਦੇ ਹੈ, ਟਰਾਂਸਪੋਰਟ ਖੁੱਲ੍ਹ ਜੂਗੀ, ਇਹ ਬੱਚੇ ਟਰਾਂਸਪੋਰਟ ਦੇ ਵਿੱਚ ਖਪਤ ਹੋ ਜਾਣਗੇ। ਅੱਜ ਜਿਹੜਾ ਮੁੱਲ ਬਾਸਮਤੀ ਦਾ ਪਿਛਲੇ ਸਾਲ ਹੋਇਆ ਉਹ 2000 ਰੁਪਏ ਤੋਂ ਟੱਪਿਆ ਨਹੀਂ ਕੁਇੰਟਲ। ਉਹੀ ਬਾਸਮਤੀ ਈਰਾਨ ਦੇ ਵਿੱਚ 8000 ਰੁਪਇਆ ਕੁਇੰਟਲ ਵਿਕ ਰਹੀ ਸੀਗੀ। ਹੁਣ ਜੇ ਆਵਾਜਾਈ ਅਸੀਂ ਸ਼ੁਰੂ ਕਰ ਦਈਏ ਤੇ ਟਰਾਂਸਪੋਰਟ ਚੱਲੇ ਰੂਸ ਤੱਕ, ਚੀਨ ਤੱਕ, ਸਾਡੀ ਬਹੁਤ ਵੱਡੀ ਮਾਲੀ ਤੌਰ ਤੇ ਉਨਤੀ ਹੋ ਸਕਦੀ ਹੈਗੀ ਹੈ। ਅਸੀਂ ਕਾਨੂੰਨ ਦੇ ਨਾਲ ਗੱਲ ਕਰਦੇ ਹਾਂ। WTO ਦੀ ਗੱਲ ਤੁਹਾਨੂੰ ਕੀਤੀ ਹੈ, ਇਹ ਇੰਟਰਨੈਸ਼ਨਲ ਬੋਡੀ ਹੈ, ਇਹਨੇ ਇੰਡੀਆ ਨੂੰ ਵੀ ਕਿਹਾ ਕਿ ਬਾਰਡਰ ਖੋਲ੍ਹੋ। ਇੰਡੀਆ ਨੇ ਉਹਦੇ 'ਤੇ ਦਸਤਖਤ ਕੀਤੇ ਹੈ, ਕਿਉਂ ਕਰਕੇ ਸਿੱਖਾਂ ਨੂੰ ਫਾਇਦਾ ਹੋਣਾ। ਜੇ ਬਾਰਡਰ ਖੁੱਲ੍ਹੇ ਤਾਂ ਇਹ ਬਾਰਡਰ ਖੋਲ੍ਹਣ ਤੋਂ ਇਤਰਾਜ਼ ਕਰਦੇ ਹੈ। ਹੁਣ ਨਵੇਂ ਇਹਨਾਂ ਨੇ ਨੰਬਰ ਪਲੇਟ ਬਣਾਤੇ ਹੈ, ਉਹਦੇ ਉੱਤੇ ਪਹਿਲਾਂ ਲਿਖਿਆ ਹੋਊਗਾ ਭਾਰਤ। ਹੁਣ ਮੈਨੂੰ ਤਾਂ ਸਮਝ ਨਹੀਂ ਭਾਰਤ ਕੌਣ ਹੈ। ਤੁਹਾਨੂੰ ਪਤਾ ਭਾਰਤ ਕੀ ਹੈ?
ਮੈਨੂੰ ਜਾਂ ਤਾਂ ਇੰਡੀਆ ਦਾ ਪਤਾ ਹੈ ਜਾਂ ਗੁਰੂ ਨਾਨਕ ਸਾਹਿਬ ਦਾ ਪਤਾ, ਜਿਨ੍ਹਾਂ ਨੇ ਹਿੰਦੁਸਤਾਨ ਕਿਹਾ ਸੀਗਾ। ਭਾਰਤ ਕੀ ਚੀਜ਼ ਹੈ? ਹੁਣ ਮੇਰਾ ਮਤਲਬ ਸਾਰੀਆਂ ਗੱਡੀਆਂ ਦੇ ਉੱਤੇ ਪਹਿਲਾਂ ਭਾਰਤ ਲਿਖਿਆ ਹੋਊਗਾ, ਕੋਈ ਸਟੇਟ ਦਾ ਨੰਬਰ ਨਹੀਂ ਹੋਊਗਾ। ਸਾਰੀਆਂ ਚੀਜ਼ਾਂ ਹਿੰਦੁਤਵਾ ਦੇ ਵਿੱਚ ਇਹ ਤਬਦੀਲ ਕਰੀ ਜਾਂਦੇ ਆ ਹੌਲੀ ਹੌਲੀ, ਤੇ ਸਾਡੇ ਸਿਆਸਤਦਾਨ ਸਮਝਦੇ ਹੈਗੇ ਆ, ਪਰ ਇਹ ਜਾਣ ਕੇ ਉਹਨਾਂ ਦੇ ਪਿੱਠੂ ਬਣੇ ਹੋਏ ਆ ਲਾਲਚ ਵਿੱਚ।